ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ। ਬਦ ਵਕਤ ਹਮ ਚੂ ਬਖੀਲ ਗਾਫਲ ਬੇਨਜ਼ਰ ਬੇਬਾਕ। ਨਾਨਕ ਬੁਗੋਯਦ ਜਨ ਤੁਰਾਂ ਤੇਰੇ ਚਾਕਰਾਂ ਪਾਖਾਕ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੂੰ ਕਰੀ ਵਖਿਆਨ। ਜੁਗੋ ਜੁਗ ਅਟਲ ਸ਼ਬਦੋ ਅਵਤਾਰ ਚਮਰ ਤਖਤ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਸਾਹਿਬੇ ਬਰਕਤ ਸਾਹਿਬੇ ਕਰਾਮਾਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਸਾਰੇ ਹੀ ਬਖਸ਼ੀ ਹੋਈ ਗੁਰੂ ਦੀ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸੰਸਾਰ ਅੰਦਰ ਅੰਗਰੇਜ਼ੀ ਕੈਲੰਡਰ ਅਨੁਸਾਰ ਅੱਜ ਸੰਨ 2020 ਦਾ ਅਖੀਰਲਾ ਦਿਨ ਹੈ ਤੇ ਰਾਤ ਨੂੰ 12 ਵਜੇ ਤੋਂ ਬਾਅਦ ਸੰਨ 2021 ਆਰੰਭ ਹੋ ਜਾਣਾ ਹੈ। ਇਸੇ ਸੰਬੰਧ ਦੇ ਅੰਦਰ ਕਿ ਜਿਹੜਾ ਆਉਣ ਵਾਲਾ ਨਵਾਂ ਸਾਲ ਸਾਰਿਆਂ ਦਾ ਭਾਗਾਂ ਭਰਿਆ ਖੁਸ਼ੀਆਂ ਵਾਲਾ ਹੋਵੇ ਤੇ ਇਸੇ ਬਹਾਨੇ ਗੁਰੂ ਘਰ ਦੇ ਨਾਲ ਗੁਰੂ ਘਰ ਦੇ ਅੰਦਰ ਬੈਠ ਕੇ ਕੁਝ ਸਮਾਂ ਬਤੀਤ ਕੀਤਾ ਜਾਵੇ। ਸੋ ਪ੍ਰਬੰਧਕ ਵੀਰ ਹਰ ਸਾਲ ਉਪਰਾਲਾ ਕਰਦੇ ਨੇ। ਦਰਅਸਲ ਗੁਰਬਾਣੀ ਅਨੁਸਾਰ ਜਦੋਂ ਅਸੀਂ ਪੜ੍ਹਦੇ ਹਾਂ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ 1 ਚੇਤਰ ਤੋਂ ਆਰੰਭ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 12 ਮਾਹ ਦੀ ਬਾਣੀ ਹੈ, ਉਹਦੇ ਵਿੱਚ ਚੇਤਰ ਤੋਂ ਗੱਲ ਆਰੰਭ ਕੀਤੀ ਹੈ। ਮਾਰਚ ਦੇ ਮਹੀਨੇ ਵਿੱਚ ਜਿਹੜੀ ਸੰਗਰਾਂਦ ਆਉਂਦੀ ਹੈ ਨਾ 1 ਚੇਤ ਤੋਂ ਨਾਨਕਸ਼ਾਹੀ ਕੈਲੰਡਰ ਆਰੰਭ ਹੁੰਦਾ ਹੈ। ਨਵਾਂ ਸਾਲ ਸੰਸਾਰ ਭਰ ਦੇ ਅੰਦਰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਸ਼ਰਧਾ ਹੈ ਉਹ ਗੁਰੂ ਦੀ ਗੋਦ ਵਿੱਚ ਬੈਠ ਕੇ ਮਨਾਉਂਦੇ ਨੇ।
ਤੇ ਜਿਨ੍ਹਾਂ ਦੀ ਸੋਚ ਵਿਚਾਰਧਾਰਾ ਅਲੱਗ ਹੈ ਉਹ ਕਈ ਥਾਵਾਂ ਤੇ ਕੋਈ ਪੱਬਾਂ ਦੇ ਅੰਦਰ ਕਲੱਬਾਂ ਦੇ ਅੰਦਰ ਵੀ ਮਨਾਏ ਜਾਂਦੇ ਨੇ। ਮੈਂ ਸਰਚ ਕਰ ਰਿਹਾ ਸੀ, ਇੱਕ ਵਿਦਵਾਨ ਦੀ ਬੁੱਕ ਪੜ੍ਹੀ, ਉਹਦੇ ਵਿੱਚ ਲਿਖਿਆ ਸੀ ਪੁਰਾਤਨ ਗੁਰਮੁਖ ਵਿਦਵਾਨਾਂ ਨੇ ਲਿਖਿਆ, ਹੋਰ ਵਿਦਵਾਨਾਂ ਨੇ ਲਿਖਿਆ, ਪੁਰਾਤਨ ਸਮੇਂ ਦੇ ਅੰਦਰ ਕੋਈ ਘੜੀ ਨਹੀਂ ਸੀ। ਸਮੇਂ ਦੀ ਵੰਡ ਕਰਨ ਵਾਸਤੇ ਲੋਕ ਸੂਰਜ ਦੇ ਸਾਹਮਣੇ ਖੜੇ ਹੋ ਕੇ ਆਪਣੀ ਪਰਛਾਈ ਨਾਪ ਲੈਂਦੇ ਸਨ, ਹੁਣ ਕਿੰਨਾ ਕੁ ਦਿਨ ਰਹਿ ਗਿਆ, ਕਿੰਨਾ ਕੁ ਘਟ ਗਿਆ। ਇਸ ਤਰੀਕੇ ਨਾਲ ਸਮੇਂ ਦੀ ਵੰਡ ਕਰਦੇ ਸਨ। ਫਿਰ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਅੰਦਰ ਵੀ ਆਇਆ ਕਿ ਇੱਕ ਵੱਡਾ ਸਾਰਾ ਭਾਂਡਾ ਰੱਖ ਲੈਣਾ ਤੇ ਇੱਕ ਉਹਦੇ ਅੰਦਰ ਛੋਟੀ ਜਿਹੀ ਕੋਲੀ ਰੱਖ ਲੈਣੀ, ਉਹਦੇ ਵਿੱਚ ਪਾਣੀ ਬੂੰਦ ਬੂੰਦ ਕਰਕੇ ਟਪਕ ਜਾਣਾ, ਟਪਕਦਾ ਰਹਿਣਾ, ਤੇ ਕਿੰਨੇ ਸਮੇਂ ਦੇ ਅੰਦਰ ਇਹ ਪਾਣੀ ਉਹ ਕੋਲੀ ਭਰਦੀ ਸੀ। ਤੇ ਜਦੋਂ ਦਿਨ ਚੜ੍ਹਦਾ ਸੀ ਤੇ ਫਿਰ ਦਿਨ ਛੁਪਦਾ ਸੀ, ਉਹਦੇ ਹਿਸਾਬ ਨਾਲ ਸਮੇਂ ਨੂੰ ਨਾਪਿਆ ਜਾਂਦਾ ਸੀ। ਕੋ ਰਹੇ ਨਾ ਭਰੀਏ ਪਾਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਫਿਰ ਗੁਰਮੁਖ ਵਿਦਵਾਨ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਮੈਂ ਇੱਕ ਬੁੱਕ ਪੜ੍ਹੀ, ਉਹਦੇ ਵਿੱਚ ਲਿਖਿਆ ਕਿ 1319 ਦੇ ਅੰਦਰ ਜਰਮਨ ਦੇ ਇੱਕ ਵਸਨੀਕ ਹੈਨਰੀ ਡੇਵਿਕ ਨੇ ਇੱਕ ਘੜੀ ਤਿਆਰ ਕੀਤੀ ਸੂਈਆਂ ਵਾਲੀ, ਜਿਹੜੇ ਉੱਥੋਂ ਦੇ ਰਾਜੇ ਨੂੰ ਉਸਨੇ ਭੇਟਾ ਕੀਤੀ। ਫਿਰ ਉਹਨਾਂ ਵਿੱਚੋਂ ਕੁਝ ਸੋਧ ਹੋਈ, ਫਿਰ ਘੜੀਆਂ ਸੋਧਾਂ ਹੁੰਦੀ ਰਹੀਆਂ, ਹੁਣ ਤੇ ਕਈ ਪ੍ਰਕਾਰ ਦੀ ਘੜੀਆਂ ਆ ਗਈਆਂ। ਸਮੇਂ ਦੀ ਵੰਡ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਲਿਖਿਆ ਹੈ, ਅਸੀਂ ਪੜ੍ਹਦੇ ਹਾਂ ਰੋਜ਼ ਸੋਹਿਲਾ ਸਾਹਿਬ ਜੀ ਦੀ ਬਾਣੀ, ਵਿਸਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਵਾ। ਅੱਖ ਦਾ ਇੱਕ ਹੋਰ ਇੱਕ ਵਿਸਾ, 15 ਵਿਸਿਆਂ ਦਾ ਇੱਕ ਚੱਸਾ ਬਣਦਾ ਹੈ। ਇਸੇ ਤਰ੍ਹਾਂ ਸਮੇਂ ਦੀ ਵੰਡ ਕੀਤੀ ਗਈ। ਅਜੋਕੇ ਸਮੇਂ ਦੇ ਅੰਦਰ ਸੌਖਾ ਸਮਾਂ ਸਮੇਂ ਤਰੀਕੇ ਨਾਲ ਵੰਡ ਕੀਤੀ ਜਾਂਦੀ ਹੈ ਕਿ ਸੈਕਿੰਡ, ਸੈਕਿੰਡ ਤੋਂ ਬਾਅਦ ਮਿੰਟ, 30 ਸੈਕਿੰਡਾਂ ਦਾ ਆਧਾ ਮਿੰਟ ਤੇ 60 ਸੈਕਿੰਡਾਂ ਦਾ 1 ਮਿੰਟ, 60 ਮਿੰਟ ਦਾ 1 ਘੰਟਾ ਤੇ 12 ਘੰਟਿਆਂ ਦਾ ਇੱਕ ਦਿਨ, 12 ਘੰਟਿਆਂ ਦੀ ਇੱਕ ਰਾਤ, 24 ਘੰਟੇ ਦਿਨ ਰਾਤ, 7 ਦਿਨਾਂ ਦਾ ਇੱਕ ਹਫ਼ਤਾ ਤੇ 30 ਦਿਨਾਂ ਦਾ ਇੱਕ ਮਹੀਨਾ, 12 ਮਹੀਨਿਆਂ ਦਾ ਇੱਕ ਸਾਲ ਤੇ 100 ਸਾਲ ਦੀ ਇੱਕ ਸਦੀ। ਪਰ ਜੀਵਨ ਦੇ ਅੰਦਰ ਤਬਦੀਲੀ, ਸਾਲ ਤਾਂ ਹਰ ਸਾਲ ਬਦਲੇ ਜਾਂਦੇ ਨੇ। ਦਰਅਸਲ ਜੀਵਨ ਦੇ ਅੰਦਰ ਤਬਦੀਲੀ ਆਵੇ ਤਾਂ ਨਵਾਂ ਸਾਲ ਹੈ। ਜੀਵਨ ਗੁਰੂ ਦੇ ਆਸ਼ੇ ਅਨੁਸਾਰ ਹੋ ਜਾਏ, ਆਪਣੀ ਮਤ ਛੱਡ ਕੇ ਗੁਰੂ ਦੀ ਵਿਚਾਰਧਾਰਾ ਨੂੰ ਜੀਵਨ ਦੇ ਅੰਦਰ ਧਾਰਨ ਕਰ ਲਵੇ ਤਾਂ ਨਵਾਂ ਸਾਲ ਜੀਵਨ ਦੇ ਅੰਦਰ ਤਬਦੀਲ ਹੁੰਦਾ ਹੈ। ਸਾਲ ਤਾਂ ਹਰ 12 ਮਹੀਨੇ ਬਾਅਦ ਤਬਦੀਲ ਹੁੰਦਾ ਹੈ। ਹੁਣੇ ਹੀ ਭਾਈ ਸਾਹਿਬ ਜੀ ਸ਼ਬਦ ਪੜ੍ਹ ਕੇ ਗਏ, ਦੀਨਾਨਾਥ ਸੁਨਹੁ ਅਰਦਾਸ। ਸਾਰੇ ਹੀ ਰਲ ਕੇ ਇੱਕ ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ, ਕਿ ਪਰਮਾਤਮਾ ਦੇ ਚਰਨਾਂ ਵਿੱਚ, ਕਿ ਇਹ ਜਿਹੜਾ ਸਨ 2020 ਵਿੱਚ ਮਹਾਮਾਰੀ ਬਿਮਾਰੀ ਆਈ ਹੈ, ਇਸ ਤੋਂ ਰਾਹਤ ਮਿਲੇ ਤੇ ਸਨ 2021 ਜਿਹੜਾ ਹੁਣ ਆਰੰਭ ਹੋਣ ਲੱਗਾ ਹੈ, ਉਹ ਸਾਰਿਆਂ ਦਾ ਸੁੱਖਾਂ ਨਾਲ ਬਤੀਤ ਹੋਵੇ। ਅਰਦਾਸ ਵਿੱਚ ਬੜੀ ਸ਼ਕਤੀ ਹੈ, ਬੜੀ ਪਾਵਰ ਹੈ। ਜਦੋਂ ਬੰਦਾ ਜੁੜ ਕੇ ਅਰਦਾਸ ਕਰੇ, ਗੁਰਬਾਣੀ ਦੇ ਅੰਦਰ ਪਾਤਸ਼ਾਹ
ਬਹੁਤਾਤ ਰੂਪ ਜਿਹੜਾ ਗੁਰਬਾਣੀ ਦਾ ਅਰਦਾਸ ਰੂਪ ਵਿੱਚ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਕਹਿੰਦੇ ਜਨ ਬਣ ਕੇ ਅਰਦਾਸ ਕਰ, ਤੇਰੀ ਵਿਅਰਥ ਕਦੀ ਨਹੀਂ ਜਾਏਗੀ। ਜੀਵਨ ਦੇ ਅੰਦਰ ਤੇਰੇ ਕੋਈ ਵੀ ਦੁੱਖ ਆਏਗਾ, ਤਕਲੀਫ ਆਏਗੀ, ਉਹ ਦੂਰ ਹੋ ਜਾਏਗੀ। ਸਿੱਖ ਧਰਮ ਦੇ ਅੰਦਰ ਅਰਦਾਸ ਕਦੋਂ ਤੋਂ ਲਾਗੂ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੋਲ ਕੇ ਦੱਸਦੀ ਹੈ ਕਿ ਮਨੁੱਖ ਦੀ ਅਰਦਾਸ ਜਦੋਂ ਮਾਂ ਦੇ ਪੇਟ ਵਿੱਚ ਸੀ, ਉਦੋਂ ਤੋਂ ਅਰਦਾਸ ਆਰੰਭ ਹੋਈ ਹੈ ਮਨੁੱਖ ਦੀ। ਪਹਿਲੇ ਪਹਿਰੇ ਰਹਿਣ ਕੇ ਵਿਣਜਾਰਿਆ, ਮਿੱਤਰਾ ਹੁਕਮ ਪਿਆ ਗਰਭਾਸ। ਉਰਦ ਤਪ ਅੰਤਰ ਕਰੇ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ। ਜਦੋਂ ਮਾਂ ਦੇ ਪੇਟ ਵਿੱਚ ਇਹ ਮਨੁੱਖ ਪੁੱਠਾ ਲਟਕਿਆ ਸੀ, ਉਦੋਂ ਇਸ ਦੀ ਅੰਦਰ ਦੀ ਅਰਦਾਸ ਮਾਲਕ ਦੇ ਚਰਨਾਂ ਨਾਲ ਜੁੜੀ ਹੋਈ ਸੀ। ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਜੀਵਨ ਪੜ੍ਹਦੇ ਹਾਂ, ਪੁਰਾਤਨ ਜਨਮ ਸਾਖੀ ਦੇ ਅੰਦਰ ਆਉਂਦਾ ਹੈ ਕਿ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਜਾ ਰਹੇ ਸਨ ਤੇ ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਮੁਰੀਦ ਸੀ, ਆਪਣੇ ਘਰ ਸੱਦਿਆ, ਪ੍ਰਸ਼ਾਦਾ ਪਾਣੀ ਛਕਾ ਕੇ ਤੇ ਕਿਹਾ ਕਿ ਮੇਰੇ ਵਾਸਤੇ ਕੋਈ ਹੁਕਮ। ਤੇ ਅੱਗੋਂ ਗੁਰੂ ਪਾਤਸ਼ਾਹ ਜੀ ਨੇ ਕਿਹਾ, ਰਾਏ ਜੀ ਜਦੋਂ ਆਪਣਾ ਕੋਈ ਹੀਲਾ ਵਸੀਲਾ ਕੋਈ ਜ਼ੋਰ ਨਾ ਚੱਲਦਾ ਹੋਵੇ, ਉਦੋਂ ਆਪਾ ਸਮਰਪਣ ਕਰਕੇ ਉਸ ਮਾਲਕ ਦੇ ਅੱਗੇ ਅਰਦਾਸ ਕਰਿਓ। ਅਰਦਾਸ ਨਾਲ ਤੁਹਾਡੇ ਸਾਰੇ ਕਾਰਜ ਸਵਰ ਜਾਣਗੇ। ਕਿਉਂਕਿ ਸਿੱਖ ਦਾ ਜੀਵਨ ਅਰਦਾਸ ਤੋਂ ਆਰੰਭ ਹੁੰਦਾ ਹੈ ਤੇ ਅਰਦਾਸ ਤੇ ਸਮਾਪਤ ਜਾ ਕੇ ਹੁੰਦਾ ਹੈ। ਬੱਚੇ ਨੇ ਘਰ ਜਨਮ ਲਿਆ ਤੇ ਸਿੱਖ ਨੇ ਅਰਦਾਸ ਕੀਤੀ। ਬੱਚੇ ਦਾ ਨਾਮ ਰੱਖਿਆ, ਅਰਦਾਸ ਕੀਤੀ ਗਈ। ਫਿਰ ਬੱਚੇ ਨੂੰ ਸਕੂਲ ਵਿੱਚ ਪਾਇਆ ਗਿਆ, ਉਦੋਂ ਅਰਦਾਸ ਕੀਤੀ ਗਈ। ਬੱਚੇ ਨੂੰ ਜਦੋਂ ਬੱਚਾ ਪੜ੍ਹ ਕੇ ਕਾਮਯਾਬੀ ਪੜ੍ਹਾਈ ਪੂਰਨ ਕੀਤੀ, ਫਿਰ ਨੌਕਰੀ ਵਾਸਤੇ ਅਰਦਾਸ, ਨੌਕਰੀ ਲੱਗ ਗਈ। ਫਿਰ ਬੱਚੇ ਦੇ ਆਨੰਦ ਕਾਰਜ ਵਾਸਤੇ ਅਰਦਾਸ, ਆਨੰਦ ਕਾਰਜ ਹੋਇਆ, ਘਰ ਔਲਾਦ ਹੋਈ, ਫਿਰ ਅਰਦਾਸ। ਫਿਰ ਜਦੋਂ ਸਰੀਰ ਛੱਡ ਕੇ ਬੰਦਾ ਜਾਂਦਾ ਹੈ, ਉਦੋਂ ਵੀ ਅੰਤਮ ਅਰਦਾਸ ਹੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਕਰੀਬਨ 112 ਵਾਰੀ ਇਹ ਸ਼ਬਦ ਵਰਤਿਆ ਗਿਆ ਹੈ। ਐੜਾ ਰਾਰਾ ਦੱਦਾ ਸੱਸੇ ਨੂੰ ਸਿਹਾਰੀ ਅਰਦਾਸ ਲਫ਼ਜ਼। ਡਾਕਟਰ ਜਸਵੰਤ ਸਿੰਘ ਨੇਕੀ ਨੇ ਉਹਨਾਂ ਦੇ ਇੱਕ ਬੁੱਕ ਅਰਦਾਸ ਦੇ ਉੱਤੇ ਲਿਖੀ ਹੋਈ ਹੈ। ਕਈ ਵਿਦਵਾਨਾਂ ਨੇ ਬੁੱਕਾਂ ਲਿਖੀਆਂ ਅਰਦਾਸ ਦੇ ਉੱਤੇ। ਦਾਸ ਜਦੋਂ ਜੀ ਪੰਜਾਬੀ ਤੇ ਇੱਕ ਵਾਰੀ ਕਥਾ ਕਰਨ ਗਿਆ ਸੀ ਤੇ ਉਦੋਂ ਅਰਦਾਸ ਹੀ ਸਬਜੈਕਟ ਦਿੱਤਾ ਗਿਆ ਸੀ ਤੇ ਉਦੋਂ ਸਰਚ ਕੀਤੀ ਸੀ ਤੇ ਡਾਕਟਰ ਜਸਵੰਤ ਸਿੰਘ ਜੀ ਨੇਕੀ ਲਿਖਦੇ ਨੇ, ਪਹਿਲੀ ਗੱਲ ਉਹਨੇ ਸ਼ੁਰੂ ਕੀਤੀ, ਪਹਿਲਾ ਲੇਖ ਹੀ ਇੱਥੋਂ ਲਿਖਿਆ ਕਿ ਅਰਦਾਸ ਕੀ ਹੈ? ਇੱਕ ਵਿਸ਼ਵਾਸ, ਇੱਕ ਭਰੋਸਾ। ਕਹਿੰਦੇ ਨੇ ਇੱਕ ਆਜੜੀ ਭੇਡਾਂ ਚਾਰਨ ਵਾਲਾ ਭੇਡਾਂ ਚਾਰਦਾ ਸੀ। ਮਾਂ ਬਾਪ ਵੀ ਉਹਦੇ ਚੜ੍ਹਾਈ ਕਰ ਗਏ ਸਨ, ਕੱਲਾ ਹੀ ਰਹਿੰਦਾ ਸੀ। ਉਹ ਇੱਕ ਦਿਨ ਸ਼ਹਿਰ ਵੱਲ ਜਾ ਰਿਹਾ ਹੈ ਤੇ ਸ਼ਹਿਰ ਦੇ ਕਿਨਾਰੇ ਤੇ ਹੀ ਮਸੀਤ ਵਿੱਚ ਉਹਨੇ ਆਵਾਜ਼ ਸੁਣੀ। ਕੋਈ ਵਿਚਾਰ ਕਰ ਰਿਹਾ ਸੀ ਮੌਲਵੀ ਕਿ ਖੁਦਾ ਜਿਹੜਾ ਹੈ ਉਹਦਾ ਕੋਈ ਸ਼ਰੀਕ ਨਹੀਂ ਹੈ, ਖੁਦਾ ਦਾ ਮਾਂ ਨਹੀਂ ਹੈ, ਬਾਪ ਨਹੀਂ ਹੈ। ਇਸ ਤਰੀਕੇ ਨਾਲ ਜਦੋਂ ਉਹਨੇ ਸੁਣਿਆ ਤੇ ਉਹ ਵਾਪਸ ਪਰਤ ਆਇਆ। ਆਪਣੀ ਕੁੱਲੀ ਦੇ ਅੰਦਰ ਬੈਠਾ ਉਹਨੇ ਕਹਿ ਰਿਹਾ ਹੈ ਕਿ ਹੇ ਖੁਦਾ, ਤੇਰਾ ਵੀ ਕੋਈ ਨਹੀਂ, ਮਾਂ ਬਾਪ ਮੇਰੇ ਵੀ ਨਹੀਂ ਹਨ, ਤੇਰਾ ਵੀ ਕੋਈ ਰਿਸ਼ਤੇਦਾਰ ਨਹੀਂ, ਮੇਰਾ ਵੀ ਕੋਈ ਰਿਸ਼ਤੇਦਾਰ ਨਹੀਂ।
ਤੈਨੂੰ ਜੇ ਤਾਪ ਹੋ ਜਾਵੇ ਤੇ ਮੇਰੇ ਕੋਲ ਆ ਜਾਈਂ, ਮੇਰੇ ਕੋਲ ਮੈਨੂੰ ਜੜੀ ਬੂਟੀ ਦਾ ਪਤਾ ਹੈ, ਮੈਂ ਤੈਨੂੰ ਦਵਾਈ ਦਵਾ ਜੜੀ ਬੂਟੀ ਦਵਾਂਗਾ, ਤੇਰਾ ਤਾਪ ਦੂਰ ਹੋ ਜਾਏਗਾ। ਤੇਰੇ ਕੱਪੜੇ ਮੈਲੇ ਹੋ ਜਾਣ, ਮੇਰੇ ਕੋਲ ਲਿਆਈ, ਮੈਂ ਤੇਰੇ ਕੱਪੜੇ ਧੋ ਦਵਾਂਗਾ। ਇਸ ਤਰੀਕੇ ਨਾਲ ਉਹ ਖੁਦਾ ਨਾਲ ਆਪਣੀ ਮੌਜ ਵਿੱਚ ਬੈਠਾ ਤੇ ਕੋਲੋਂ ਦੀ ਹਜ਼ਰਤ ਮੂਸਾ ਲੰਘਿਆ। ਉਹਨੇ ਸੁਣੇ ਜਦੋਂ ਉਹਦੇ ਬਚਨ ਕਿ ਇੱਕ ਆਜੜੀ ਭੇਡਾਂ ਚਾਰਨ ਵਾਲਾ ਉਹ ਖੁਦਾ ਨੂੰ ਇਤਨਾ ਸਮਝਦਾ ਹੈ। ਖੁਦਾ ਤੇਰੇ ਕੋਲ ਆਏਗਾ ਆਪਣੀ ਮੈਲ ਉਤਾਰਨ ਵਾਸਤੇ, ਖੁਦਾ ਆਪਣਾ ਤਾਪ ਤੇਰੇ ਕੋਲ ਆਏਗਾ ਦੂਰ ਕਰਨ ਵਾਸਤੇ। ਉਹਨੇ ਜਾ ਕੇ ਇੱਕ ਚਪੇੜ ਮਾਰੀ ਕਿ ਖੁਦਾ ਦੀ ਤੋਹੀਨ ਕਰ ਰਿਹਾ ਹੈ। ਉਹ ਕੋਈ ਤੂਰ ਦੀਆਂ ਪਹਾੜੀਆਂ ਵਿੱਚ ਜਾਂਦਾ ਸੀ, ਜਾ ਕੇ ਬੈਠਦਾ ਸੀ। ਕਹਿੰਦੇ ਨੇ ਅੱਜ ਜਦੋਂ ਬੈਠਾ ਉਹਦੀ ਸੁਰਤ ਨਹੀਂ ਟਿਕਦੀ। ਜਦੋਂ ਸੁਰਤ ਨਹੀਂ ਟਿਕਦੀ ਉਹਨੇ ਫਿਰ ਕਹਿੰਦੇ ਨੇ ਖੁਦਾ ਦੇ ਅੱਗੇ ਪੁਕਾਰ ਕੀਤੀ। ਗੈਬੀ ਆਵਾਜ਼ ਆਈ ਕਿ ਮੈਂ ਤੈਨੂੰ ਸੰਸਾਰ ਦੇ ਅੰਦਰ ਭੇਜਿਆ ਸੀ ਜੋੜਨ ਵਾਸਤੇ, ਤੂੰ ਤਾਂ ਤੋੜ ਕੇ ਆ ਗਿਆ। ਇੱਕ ਜੁੜੇ ਹੋਏ ਨੂੰ ਤੋੜ ਕੇ ਆ ਗਿਆ। ਜਦੋਂ ਇਹ ਬਚਨ ਕਹੇ ਕਹਿੰਦੇ ਨੇ ਉਹ ਦੌੜਦਾ ਹੋਇਆ ਆ ਕੇ ਉਹਦੇ ਚਰਨਾਂ ਤੇ ਨਮਸਕਾਰ, ਕਹਿੰਦਾ ਤੂੰ ਭਾਈ ਜਿਸ ਤਰੀਕੇ ਨਾਲ ਖੁਦਾ ਨੂੰ ਯਾਦ ਕਰਦਾ ਹੈ ਤੂੰ ਯਾਦ ਕਰ। ਕਹਿਣ ਤੋਂ ਮੁਰਾਦ ਕਿ ਅਰਦਾਸ ਜਦੋਂ ਕਰੀਏ ਭਾਵਨਾ ਬਣਾ ਕੇ ਅਰਦਾਸ ਕਿਸੇ ਲਫ਼ਜ਼ਾਂ ਦੀ ਮੁਤਾਜ ਨਹੀਂ ਹੈ। ਗੁਰੂ ਨਾਨਕ ਦੇਵ ਜੀ ਤੋਂ ਹੀ ਅਰਦਾਸ ਆਰੰਭ ਹੋ ਗਈ ਸੀ। ਸਿੱਖ ਇਤਿਹਾਸ ਵਿੱਚ ਬਹੁਤ ਮਿਸਾਲਾਂ ਮਿਲ ਜਾਂਦੀਆਂ। ਸਾਡੇ ਕੋਲ ਦ੍ਰਿਸ਼ਟਾਂਤ ਨੇ ਜਦੋਂ ਅਰਦਾਸ ਕੀਤੀ ਸਿੱਖਾਂ ਨੇ। ਸੋ ਉਸ ਗੁਰਮੁਖ ਵਿਦਵਾਨ ਡਾਕਟਰ ਜਸਵੰਤ ਸਿੰਘ ਨੇਕੀ ਨੇ ਲਿਖਿਆ ਅਰਦਾਸ ਦੇ ਅਰਥ ਕਰਦਿਆਂ, ਕਹਿੰਦੇ ਨੇ ਐੜੇ ਤੋਂ ਭਾਵ ਅੰਤਰਜਾਮੀ, ਜਿਹਦੇ ਅੱਗੇ ਤੂੰ ਅਰਦਾਸ ਕਰਨ ਲੱਗਾ ਹੈ ਦਰਅਸਲ ਉਹ ਅੰਤਰਜਾਮੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇਰੇ ਅੰਦਰ ਦੀ ਜਾਣਨ ਵਾਲਾ ਹੈ ਉਹ ਪ੍ਰਮਾਤਮਾ। ਹਟ ਪਟਣ ਵਿੱਚ ਮੰਦਰ ਭੰਨੇ, ਕਰ ਚੋਰੀ ਕਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਤੇਰੇ ਕੋਲ ਕਿਹੜਾ ਲੁਕਾ। ਕਹਿੰਦੇ ਨੇ ਚੋਰੀ ਕਰਨ ਵਾਲਾ ਰਾਤ ਦੇ ਹਨੇਰੇ ਵਿੱਚ ਗਿਆ, ਕਿਸੇ ਦਾ ਘਰ ਭੰਨਿਆ ਤੇ ਚੋਰੀ ਕੀਤੀ। ਅੱਗੋਂ ਦੇਖਦਾ ਹੈ ਪਿੱਛੋਂ ਦੇਖਦਾ ਹੈ, ਕੋਈ ਮੈਨੂੰ ਦੇਖ ਤਾਂ ਨਹੀਂ ਰਿਹਾ, ਪਰ ਕਹਿੰਦਾ ਜਿਹੜਾ ਤੇਰੇ ਅੰਦਰ ਬੈਠਾ ਹੈ ਉਹ ਤਾਂ ਤੈਨੂੰ ਦੇਖ ਰਿਹਾ ਹੈ, ਉਹਦੇ ਕੋਲੋਂ ਕੀ ਛੁਪਾਏਗਾ। ਅੰਤਰਜਾਮੀ ਸਭ ਕੁਝ ਜਾਣੇ, ਕਹਿੰਦੇ ਨੇ ਉਹ ਸਭ ਦੇ ਕੁਝ ਜਾਣਨ ਵਾਲਾ ਹੈ ਪ੍ਰਮਾਤਮਾ। ਜਿਹਦੇ ਅੱਗੇ ਤੂੰ ਅਰਦਾਸ ਕਰ ਰਿਹਾ ਹੈ, ਗੁਰੂ ਦੇ ਅੱਗੇ ਅਰਦਾਸ ਕਰ ਰਿਹਾ, ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਰਿਹਾ ਹੈ, ਉਹ ਤੇਰੇ ਦੇ ਦਿਲ ਦੀਆਂ ਬੁੱਝਣ ਵਾਲਾ ਹੈ, ਤੇਰੇ ਅੰਦਰ ਦੀ ਜਾਣਨ ਵਾਲਾ ਹੈ। ਤੇਰੇ ਅੰਦਰ ਅਰਦਾਸ ਕਰਨ ਦੀ ਭਾਵਨਾ ਹੋਵੇ। ਮਾਈ ਭਾਗ ਭਰੀ ਨੇ ਅਰਦਾਸ ਕੀਤੀ। ਕਸ਼ਮੀਰ ਦੇ ਅੰਦਰ ਬੈਠੀ ਚੋਲਾ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰੋਜ਼ ਅਰਦਾਸਾਂ ਕਰਦੀ ਹੈ। ਪਾਤਸ਼ਾਹ ਚੱਲ ਕੇ ਉਹਦੇ ਕੋਲ ਗਏ ਨੇ। ਅਸੀਂ ਹੁਣ ਪਿੱਛੇ ਜੇ ਵਿਚਾਰਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਲੜੀਵਾਰ ਰੋਜ਼ ਸਵੇਰੇ ਸ਼ਾਮ ਕਰਦੇ ਰਹੇ ਹਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਤੋਂ ਮਾਛੀਵਾੜੇ ਪਹੁੰਚੇ ਨਾ, ਚਮਕੌਰ ਦੀ ਗੜੀ ਤੋਂ ਮਾਛੀਵਾੜੇ ਪਹੁੰਚੇ ਤੇ ਪੰਜਾਬਾਂ ਤੇ ਗੁਲਾਬਾ ਆਪਣੇ ਘਰ ਲੈ ਗਏ। ਪਾਤਸ਼ਾਹ ਕਹਿੰਦੇ ਨੇ ਗੁਲਾਬਿਆ ਅਸੀਂ ਤੈਨੂੰ ਮਿਲਣ ਨਹੀਂ ਆਏ, ਇੱਥੇ ਅਸੀਂ ਆਏ ਹਾਂ ਇੱਕ ਮਾਈ ਰਹਿੰਦੀ ਏ ਗੁਰਦੇਈ, ਉਹਨੇ ਸਾਡੇ ਵਾਸਤੇ ਬਸਤਰ ਤਿਆਰ ਕੀਤਾ ਹੈ, ਉਹ ਰੋਜ਼ ਅਰਦਾਸਾਂ ਕਰਦੀ ਹੈ, ਜਾ ਉਹਨੂੰ ਸੱਦ ਕੇ ਲਿਆ। ਇਹ ਨਿਹਾਲਾ ਖੱਤਰੀ ਦੇ ਬੇਟੇ ਦਾ ਨਾਂ ਸੀ ਤੇ ਗੁਲਾਬਾ ਗਿਆ, ਜਾ ਕੇ ਕਿਹਾ ਮਾਈ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਸਾਡੇ ਚੁਬਾਰੇ ਵਿੱਚ ਬੈਠੇ ਨੇ, ਤੁਹਾਨੂੰ ਸੱਦਦੇ ਨੇ। ਤੇ ਮਾਈ ਉਹ ਬਸਤਰ ਲੈ ਕੇ ਪਾਤਸ਼ਾਹ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ। ਸਤਿਗੁਰੂ ਤੁਸੀਂ ਆਇਓ। ਉਮਰ ਵਡੇਰੀ ਸੀ, ਮੱਥਾ ਟੇਕਿਆ। ਕੁਝ ਸਮੇਂ ਬਾਅਦ ਉਸ ਮਾਈ ਦੀ ਮੌਤ ਹੋ ਗਈ, ਸਰੀਰਕ ਰੂਪ ਵਿੱਚ ਝੋਲਾ ਤਿਆਗ ਦਿੱਤਾ।
ਇਹੋ ਜਿਹੀ ਅਵਸਥਾ ਵਿੱਚ ਵੀ ਜਿੱਥੇ ਪਰਿਵਾਰ ਸਾਰਾ, 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਈ, ਪਿਆਰੇ ਸਿੱਖ ਸ਼ਹੀਦ ਹੋ ਗਏ, ਪਰ ਫਿਰ ਵੀ ਗੁਰੂ ਪਾਤਸ਼ਾਹ ਉਸ ਮਾਈ ਦੀ ਅਰਦਾਸ, ਉਹਦੀ ਵੇਦਨਾ ਸੁਣ ਕੇ ਉਹਦੇ ਕੋਲ ਜਾ ਰਹੇ ਨੇ। ਇਹ ਅੰਤਰਜਾਮਤਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਅੰਤਰਜਾਮੀ, ਜਿਹਦੇ ਅੱਗੇ ਅਰਦਾਸ ਕਰ ਰਿਹਾ ਹੈ। ਭਾਈ ਮੱਖਣ ਸ਼ਾਹ ਲਬਾਣਾ ਨੇ ਵੀ ਕੀਤੀ ਨਾ, ਸੂਰਤ ਦੀ ਬੰਦਰਗਾਹ ਦੇ ਅੰਦਰ ਉਹਦਾ ਬੇੜਾ ਡੁੱਬਦਾ ਪਿਆ ਸੀ। ਜਹਾਜ਼ ਚਲਾਉਣ ਵਾਲੇ ਕਹਿੰਦੇ ਨੇ ਹੁਣ ਜਹਾਜ਼ ਨੂੰ ਕੋਈ ਨਹੀਂ ਬਚਾ ਸਕਦਾ। ਕਹਿੰਦੇ ਨੇ ਮੇਰੇ ਕੋਲ ਇੱਕ ਇਹੋ ਜਿਹਾ ਹੀ ਮਲਾਹ ਹੈ ਜਿਹੜਾ ਡੁੱਬਦਾ ਇਹਨੂੰ ਤਾਰਨ ਵਾਲਾ ਹੈ। ਜਪਜੀ ਸਾਹਿਬ ਦਾ ਪਾਠ ਕਰਕੇ ਗਲ ਵਿੱਚ ਪੱਲਾ ਪਾ ਕੇ ਜਦੋਂ ਅਰਦਾਸ ਕੀਤੀ, ਜਿਹੜਾ ਬੇੜਾ ਡੁੱਬਦਾ ਪਿਆ ਸੀ ਉਹ ਡੁੱਬਦਾ ਹੋਇਆ ਬੇੜਾ ਕਿਨਾਰੇ ਲੱਗ ਗਿਆ। ਇਹ ਅਰਦਾਸ ਫਿਰ ਜਦੋਂ ਭਾਈ ਮੱਖਣ ਸ਼ਾਹ ਬਾਬਾ ਬਕਾਲੇ ਪਹੁੰਚਿਆ, ਉਦੋਂ 22 ਮੰਜੀਆਂ ਲੱਗੀਆਂ ਹੋਈਆਂ ਦੇਖੀਆਂ। ਉਦੋਂ ਵੀ ਸਿੱਖ ਨੇ ਅਰਦਾਸ ਕੀਤੀ, ਦਾਤਿਆ ਕਿ ਅਰਦਾਸ ਇਹ ਹੈ ਕਿ ਜਿਹੜੀ ਦਸਵੰਤ ਦੀ ਕਾਰ ਭੇਟਾ ਹੈ ਉਹ ਤੁਸੀਂ ਆਪ ਮੰਗ ਕੇ ਲੈ ਲੈਣੀ। ਸਾਰਿਆਂ ਦੇ ਅੱਗੇ 2-2 ਮੋਹਰਾਂ ਰੱਖੀਆਂ। 22 ਦੇ 22 ਜਿਹੜੇ ਮੰਜੇਦਾਰ ਗੁਰੂ ਬਣ ਬੈਠੇ ਸਨ, ਉਹਨਾਂ ਵਿੱਚੋਂ ਕੋਈ ਸੱਚਾ ਗੁਰੂ ਨਹੀਂ। ਮਨ ਦੇ ਅੰਦਰ ਸੋਚਦਾ ਹੈ। ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਜਾ ਕੇ 2 ਮੋਹਰਾਂ ਰੱਖ ਕੇ ਮੱਥਾ ਟੇਕਿਆ, ਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਮੱਖਣ ਸ਼ਾਹ ਜਦੋਂ ਬੇੜਾ ਡੁੱਬਦਾ ਸੀ ਉਦੋਂ ਕਹਿੰਦਾ ਸੋ ਕਿ ਮੈਂ ਦਸਵੰਤ ਦੀ ਮਾਇਆ ਆ ਕੇ ਭੇਟਾ ਕਰਾਂਗਾ, ਕੇਵਲ 2 ਮੋਹਰਾਂ। ਸਿੱਖ ਨੇ ਅਰਦਾਸ ਕੀਤੀ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਅੰਤਰਜਾਮੀ ਹੈ ਤੇ ਰਾਖਾ ਐਸਾ ਹੈ, ਉਹਦੇ ਵਰਗਾ ਸੰਸਾਰ ਦੇ ਅੰਦਰ ਕੋਈ ਰਾਖਾ ਨਹੀਂ। ਜੇ ਉਹ ਰੱਖਣ ਤੇ ਆਵੇ ਤੇ ਕੋਈ ਮਾਰ ਨਹੀਂ ਸਕਦਾ। ਪਿੱਛੇ ਜੇ ਇੱਕ ਵੀਰ ਮੈਨੂੰ ਦੱਸ ਰਿਹਾ ਸੀ ਕਿ ਕਿਸੇ ਰਿਸ਼ਤੇਦਾਰ ਦੀ, ਹੁਣ ਕਰੋਨਾ ਦਾ ਸਮਾਂ ਚੱਲ ਰਿਹਾ, ਕਿ ਕਿਸੇ ਰਿਸ਼ਤੇਦਾਰ ਨੂੰ 2 ਦਿਨ ਪਤਾ ਲੱਗਾ ਕਰੋਨਾ ਹੋਇਆ, ਉਹਦੀ ਮੌਤ ਹੋ ਗਈ, ਤੇ ਇੱਕ ਮਨੁੱਖ ਨੂੰ ਦੂਰ ਦੀ ਰਿਸ਼ਤੇਦਾਰੀ ਵਿੱਚ 15 ਦਿਨ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਵੈਂਟੀਲੇਟਰ ਉਸ ਤੋਂ ਬਾਅਦ ਵੀ ਉਹ ਠੀਕ ਹੋ ਕੇ ਆ ਗਿਆ। ਇਹ ਪ੍ਰਮਾਤਮਾ, ਮਨੁੱਖ ਦੇ ਹੱਥ ਵਿੱਚ ਕੁਝ ਨਹੀਂ। ਜਦੋਂ ਮਨੁੱਖ ਅਰਦਾਸ ਕਰਦਾ ਹੈ ਮਾਲਕ ਦੇ ਦਰ ਤੇ, ਅਰਦਾਸ ਵਿੱਚ ਬੜੀ ਪਾਵਰ ਹੈ, ਪਰ ਦਰਅਸਲ ਬਸ਼ਰਤੇ ਅਰਦਾਸ ਭਾਵਨਾ ਨਾਲ, ਸ਼ਰਧਾ ਨਾਲ ਕੀਤੀ ਜਾਵੇ। ਇਹ ਜਿਹੜੀ ਅਰਦਾਸ ਰੋਜ਼ ਗੁਰਦੁਆਰਿਆਂ ਦੇ ਅੰਦਰ ਸਵੇਰੇ ਸ਼ਾਮ ਹੁੰਦੀ ਹੈ, ਅਸੀਂ ਰੋਜ਼ ਪੜ੍ਹਦੇ ਹਾਂ, ਹਰਮੰਦਰ ਸਾਹਿਬ ਤੋਂ ਸੁਣਦੇ ਹਾਂ। ਇਹਦਾ ਮੁੱਢ ਕਦੋਂ ਬਣਿਆ? ਗੁਰਮੁਖ ਵਿਦਵਾਨ ਲਿਖਦੇ ਨੇ ਭਾਈ ਮਨੀ ਸਿੰਘ ਜੀ ਵੇਲੇ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਸੀ, ਭਾਈ ਮਨੀ ਸਿੰਘ ਸ਼ਹੀਦ, ਉਹਨਾਂ ਨੇ ਮੁੱਢ ਬੰਨਿਆ ਸੀ। ਫਿਰ ਜਦੋਂ ਸਾਕਾ ਨਨਕਾਣਾ ਸਾਹਿਬ ਦਾ ਵਾਪਰਿਆ ਸਨ 1921 ਵਿੱਚ ਸਾਕਾ ਨਨਕਾਣਾ ਸਾਹਿਬ ਜਦੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਿੰਘਾਂ ਨੇ ਕੀਤੀ ਤੇ ਤਕਰੀਬਨ 150 ਤੋਂ ਉੱਪਰ ਸਿੱਖ ਉਤੇ ਕੀਰਤਨ ਕਰਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਸਿੱਖ ਜਿਹੜੇ ਸਨ, ਤੁਸੀਂ ਜਦੋਂ ਰਹਿਤ ਮਰਿਆਦਾ ਪੜੋਗੇ ਨਾ, ਰਹਿਤ ਮਰਿਆਦਾ, ਖੈਰ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੋਏਗਾ ਕਿ ਰਹਿਤ ਮਰਿਆਦਾ ਕੀ ਹੈ, ਕਿਉਂਕਿ ਅਸੀਂ ਪੜ੍ਹਦੇ ਨਹੀਂ। ਸਾਡਾ ਇੱਕ ਸੁਭਾਅ ਹੋ ਗਿਆ, ਅੱਜ ਮੋਬਾਈਲ ਦੇ ਅੰਦਰ ਜੋ ਕੁਝ ਕਿਸੇ ਨੇ ਭੇਜਿਆ, ਅੱਗੇ ਮੈਸੇਜ ਭੇਜ ਦਿੱਤਾ, ਬਸ ਇਹ ਚੱਲ ਰਿਹਾ। ਸਿੱਖ ਰਹਿਤ ਮਰਿਆਦਾ ਬਣੀ ਹੋਈ ਹੈ, ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਉਹਦੇ ਵਿੱਚ ਉਸ ਵੇਲੇ ਤਕਰੀਬਨ ਕਈ ਮੀਟਿੰਗਾਂ ਕਰਕੇ ਸਿੱਖ ਧਰਮ ਦੇ ਜਿਹੜੇ ਆਗੂ ਸਨ, ਵੱਡੇ ਵੱਡੇ ਪ੍ਰੋਫੈਸਰ ਸਨ, ਵੱਡੇ ਵੱਡੇ ਵਿਦਵਾਨ ਸਨ, ਵੱਡੀਆਂ ਵੱਡੀਆਂ ਸੰਸਥਾਵਾਂ ਸਨ, ਉਹਨਾਂ ਨੇ ਇੱਕ ਸਿੱਖ ਰਹਿਤ ਮਰਿਆਦਾ ਬਣਾਈ। ਉਹਨਾਂ ਵਿਦਵਾਨਾਂ ਦੇ ਸਿੱਖ ਰਹਿਤ ਮਰਿਆਦਾ ਵਿੱਚ ਪਹਿਲੋਂ ਨਾਮ ਦਿੱਤੇ ਗਏ ਨੇ, ਕੌਣ ਕੌਣ ਪ੍ਰੋਫੈਸਰ ਸੀ, ਕਿਹੜਾ ਵਿਦਵਾਨ ਸੀ, ਕਿਹੜਾ ਪ੍ਰਿੰਸੀਪਲ ਸੀ, ਕਿਹੜੀ ਸੰਸਥਾ ਸੀ, ਸਾਰਿਆਂ ਦੀ ਲਿਸਟ ਦਿੱਤੀ ਗਈ ਹੈ। ਉਹਦੇ ਵਿੱਚ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਅਰਦਾਸ ਤਿਆਰ ਕੀਤੀ ਗਈ
दरअसल वो अरदास जिहड़ी असी रोज़ गुरुद्वारियां दे अंदर पढ़दे हां सुणदे हां, वो अरदास तैयार होई। उस अरदास दा जिहड़ा खरड़ा तैयार किया गया उन्होंने सिख रहत मर्यादा दा, उहदे विच जिहड़ी अरदास है वो एक साडा विरसा है। पहला 10 गुरु साहिबानों, क्योंकि 9 गुरु साहिबानों तक जिहड़ी है वो चंडी दी वार दे अंदर पहली पौड़ी गुरु गोबिंद सिंह जी ने लिखी है। एक ओंकार श्री वाहिगुरु जी की फतेह तो लैके तेग बहादुर सिमरिया घर नाउण दे आवे धाए, इथों तक गुरु गोबिंद सिंह जी की अपनी लिखी हुई है। उस तो बाद इस सिख धर्म ने दर्ज की बाकी दी अरदास। फिर 10 गुरु साहिबाना नूं याद किया गया। उस तो बाद गुरु गोबिंद सिंह गुरु ग्रंथ साहिब जी के पाठ दीदार कई दर्शन करते हैं, तकरीबन सारे दर्शन पढ़ अरदास करने वेले करते हैं। तुसीं पढ़ो गुटके दे अंदर दर्शन नहीं लिखा, उत्थे दीदार पाठ ते दीदार भाव गुरु ग्रंथ साहिब जी का जिन्हें चुक के पाठ किया, इन्हां अखां नाल दीदार किया। दर्शन तो हुण असीं आ रहे हैं, मत्था टेक के सारे जा रहे हैं। फिर गल की पंजां प्यारियां दी। पंज प्यारे कौन? गुरु अर्जन देव जी जदों लाहौर तुरे ने ना, इथों अमृतसर तो जदों उन्होंने शहीद किया गया सी, उदों भी 5 सिख नाल सन। फिर तुसीं पढ़ो इतिहास, जदों गुरु तेग बहादुर जी आनंदपुर साहिब तो दिल्ली वाल तुरे ने, उदों भी 5 सिख नाल सन। पर नहीं, जे इत्थे 5 प्यारे वो जिन्हां ने केसगढ़ की धरती आनंदपुर साहिब विखे जदों गुरु पातशाह जी ने सीस की मंग की सी ना, ते जिन्हां ने आके सीस दिता सी गुरु दे अगे भाई दया सिंह जी, भाई धर्म सिंह जी, भाई हिम्मत सिंह जी, भाई मोहकम सिंह जी, भाई साहिब सिंह जी, वो 5 प्यारे। पढ़ो कदी अपने वास्ते कोई अरदास नहीं है जिहड़ा ये अरदास असी करते हैं, उस तो बाद असी अपने वास्ते बेनती जाके करते हैं। 5 प्यारे। फिर 4 साहिबजादे, गुरु नानक देव जी के 2 साहिबजादे सन, गुरु अंगद देव जी के 2 साहिबजादे सन, गुरु अमरदास जी के 2 साहिबजादे सन, गुरु रामदास जी के 3 साहिबजादे सन। पर 4 साहिबजादियां दा जिक्र आया नहीं। 4 साहिबजादे गुरु गोबिंद सिंह जी दे, जिन्हां ने 2 चमकौर दी गढ़ी विच शहीद होए ते 2 सरहद दीआं नीहां विच शहीद होए, उन्हां नूं याद किया जाता है। 4 साहिबजादे, 5 प्यारे, 4 साहिबजादे, 40 मुक्ते। हुण 40 सिख तां चमकौर दी गढ़ी विच भी सन। कई सवाल करते हैं जिन्हां ने इतिहास पढ़िया, बहुतात नूं ते पता ही नहीं। उदों 40 सिख ही सन, चमकौर की गढ़ी में 40 सिख ते गुरु साहिबान ते 2 साहिबजादे। पर ये 40 मुक्ते वो ने जड़े गुरु गोबिंद सिंह जी जदों जिथे अज गुरुद्वारा मुक्तसर बनया होया है उत्थे शहीदी प्राप्त की सी गुरु पातशाह जी तो अगे, ते उथे ये 40 मुक्तियां दी याद विच गुरुद्वारा मुक्तसर साहिब बनया होया है। 40 मुक्ते। फिर तुसी देखो हठियां दा, जप्पियां दा, तप्पियां नूं याद किया गया। 2 बंद 5 प्यारियां, 4 साहिबजादियां, 40 मुक्तियां, हठियां, जप्पियां, तप्पियां, जिन्हां ने नाम जपिया, वंड छकिया, देख चलाई, तेगवाही देख के अंडित किया, तिन्हां प्यारियां सचियारियां दी कमाई दा ध्यान करके बोलो जी वाहिगुरु। फिर गल कीती जिन्हां सिंघां सिंघणियां ने धर्म हेत सीस दिते, किन्ने गिणती तो बाहर ने, किन्नियां ने जिहड़े अपने धर्म की खातर अपने आप नूं बलिदान कर दिता पर सिदक नहीं हारिया। बंद बंद कटाए, बंद बंद कटाए। भाई जदों असीं ये पढ़ते हैं तो साडा ध्यान भाई मनी सिंह वल चला जाता है, जिन्हां दी 90 साल तो उपर उम्र सी, जिन्हां नूं जदों बंद बंद कटिया गया सी लाहौर दे अंदर। भाई मनी सिंह जी का भी बहुत बड़ा इतिहास है। जदों असीं पढ़ते हैं भाई मनी सिंह बंद बंद कटाए, फिर असीं पढ़ते हैं खोपरियां लुहाइयां। जदों खोपरियां लुहाइयां बहुवचन है,
एक ने नहीं, कई ऐसे जन जिहड़े अज तक साडे विद्वाना ने लिखिया नहीं, दर्ज नहीं किया। भाई तारू सिंह सी एक ऐसा जिसने खोपरियां लुहाइयां, असीं पढ़दे आं इतिहास, 25 साल की उम्र में अपनी खोपर तो लवा ली पर सिक्खी नूं तिलांजलि नहीं दी, माफ करना। अज असीं साडी पनीरी वल तकदे हां ते सिक्खी तो बेमुख होई फिरदी है, केसां दी रोमां दी बेदबी करी फिरदी है। नौजवान बच्चे टोपी पाई फिरदे ने क्योंकि उन्हां नूं इतिहास बारे दस्सिया ही नहीं गया। परिवार के जियां ने कदी दस्सिया नहीं कि साडा इतिहास का कितना वड्डा विरसा है। पातशाह कहते ने बंद बंद ते कटाए, खोपरियां लुहाइयां, सिक्खी केसां सुआसां नाल निभाई। सिक्खी केसां नाल सुआसां नाल निभी है, भाव शरीर जिहड़ा है श्वास उदों तक खत्म नहीं, खत्म हो गए, नाल निभी है। केस नहीं कतल कर दिते, अपने आप को कुर्बान कर दिता गुरुद्वारियां दी सेवा लई। गुरुद्वारियां दी सेवा लई जदों असीं इतिहास पढ़ांगे, बहुत वड्डा इतिहास है। कई सिख तरन तारण साहिब दे अंदर पहलों 2 सिख शहीद होए, उस तो बाद फिर साका ननकाना साहिब का वापरिया 1921 विच। 1920 विच तरन तारण साहिब विखे भाई हजारा सिंह जी, भाई हुकुम सिंह जी नूं शहीद कीता सी। गुरुद्वारे दे अंदर महंत जिहड़े सन उन्हां ने गुरुद्वारियां दी मर्यादा नूं भंग कीता होया सी। उन्हां गुरुद्वारियां नूं आजाद करन वास्ते 1920 विच ये 2 सिख कुर्बानी इन्हां ने दित्ती, अपने आप को शहीद कर दिता, करवा दिता। ते फिर तरन तारण साहिब गुरुद्वारा आजाद होया सी महंतां दे हत्थों। फिर तुसीं जदों साका ननकाना साहिब दा वापरिया 1921 विच, हुण 21 फरवरी नूं आउणा है, कईयां नूं पता ही नहीं क्योंकि इतिहास पढ़दे नहीं। गुरुद्वारियां दी सेवा लई कुर्बानियां कीतियां। 150 तो उपर सिख सन जिहड़े आसा दी वार दा कीर्तन करते पे सन। उत्थे उन्हां उत्ते एकदम ही महंत नरेणु दे गुंडियां ने हमला कर दिता। कीर्तन करदियां वाले किसी गोलियां नाल, किरपानां नाल, बरछियां नाल, टकुआं नाल वड़ के रख दिता। भाई लक्ष्मण सिंह धारोवाल जदों उन्हें गोली चलाई ना उपरों, ते गुरु ग्रंथ साहिब जी के ताबिया च बैठे सन, गुरु महाराज नूं गोली लगी, उन्हें ऐ जफा मार लिया ते उन्हें उत्थे ही शहीद कर दिता गया। ये साडा विरसा है इत्थे तक। फिर अगे पैरा शुरू होंदा है 5 तख्तां। हुण कईयां नूं 5 तख्तां बारे भी नॉलेज नहीं होएगी, माफ करना, बहुत घट ने जिन्हां नूं इहदे बारे समझ है कि सिख धर्म के 5 तख्त भी हैं। किहड़े किहड़े ने? श्री अकाल तख्त साहिब, केसगढ़ साहिब, आनंदपुर साहिब, दमदमा साहिब, साबो की तलवंडी, फिर पटना साहिब, श्री हरमंदर साहिब पटना साहिब बिहार के अंदर, फिर हजूर साहिब महाराष्ट्र के अंदर। ये 5 तख्त ने सिक्खी दे। उत्थे क्योंकि एक एक अखर जिहड़ा है ना अरदास का बड़ा ही पड़चोल करके बड़ी सोहने तरीके नाल उहदे विच दर्ज किया गया है। 5 तख्तां सरबत गुरुद्वारियां दा ध्यान करके बोलो जी वाहिगुरु। फिर अगे शुरू होंदी है प्रथमे सरबत खालसा जी की अरदास। अपने वास्ते कोई अरदास नहीं। जदों एक बंदा एक मनुख गुरु दे अगे अरदास कर रहा है, सरबत खालसे वास्ते अरदास कर रहा है। भावें घर विच बैठा अरदास कर रहा है, भावें गड्डी विच बैठा पाठ करके अरदास कर रहा है, भावें किते भी जदों सिख अरदास करता है प्रथमे सरबत खालसा जी की अरदास। सरबत खालसा जी को वाहेगुरु 3 बारी वाहेगुरु 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 चित आवे ते अगे की चित आवन दा सदका। जदों वाहेगुरु चित आएगा तो की होएगा? सर्ब सुख होवे। एक वास्ते नहीं, सारी मनुखता वास्ते सर्ब सुख होवे। क्योंकि ये अरदास की जिहड़ी
कथा भाई पिंदरपाल सिंह जी ने की है। तकरीबन 80 घंटिया की कथा है, पर साढ़े को सुनने का समा नहीं है। अज तुहाडे कोल सोशल मीडिया इन्ना है, तुहाडे कोल मोबाइल यूट्यूब दे हरेक चीज़ रखी हुई है। जदों समा मिले कीर्तन ते सुनो, नाल अरदा ये जिहड़ा कथा जरूर सुनिया करो, विद्वानां नूं सुनिया करो। तुहानूं सिख धर्म बारे, गुरु ग्रंथ साहिब जी बारे, सारियां बारे नॉलेज होएगी। फिर अखीरला पहरा देखो पातशाह सिखां ने की दर्ज किया। सिखां नूं सिੱਖੀ दान, ये दान मंग रहे ने गुरु पातशाह जी दे अगे। सिखां नूं सिੱਖੀ दान, फिर केस दान, सिੱਖੀ नाल केस, सिੱਖੀ दान, केस दान, रहत दान, विवेक दान, विसाह दान, भरोसा दान, ते सारियां तो वड्डा दान किहड़ा? नाम दान। फिर सिख ने अरदास विच ये भी मंगिया, श्री अमृतसर जी दे दर्शन इशनान। भाव सिख जिहड़ा है अपने गुरु धाम नाल भी जुड़िया रहे ते दर्शन इशनान। फिर तुसी देखो ये अरदास करके चौकियां दियां, झंडियां दियां, सारे दी करके गुरु पातशाह सिखां ने फिर दर्ज किया। अखीर विच अखीरला जिहड़ा पदा, सिखां दा मन नीवा मत उच्ची, मन नीवा हंकार नहीं, निमरता होनी चाहिए है सिख दे अंदर। मन नीवा ते मत उच्ची, विचारधारा सोच उच्ची होनी चाहिए है। मन दे अंदर निमरता होनी चाहिए है। मन नीवा मत उच्ची, ते मत पत दा राखा आप अकाल पुरख वाहिगुरु। सारियां थावां ते वाहिगुरु दे अगे अरदास हो रही है। सिख अरदास कर रहा गुरु दे चरनां विच, भावें किते भी बैठा। फिर देखो क्योंकि रागी जथा आ गया है, मैं गल नेड़े करां। अखीर विच फिर जदों गल कीती गई ते जदों अरदास दी समाप्ति हुई ना, ते क्या तेरे भाणे सर सही प्यारे मेल जिन्हां मिलिया तेरा नाम चितावे। नानक नाम चढ़दी कला तेरे भाणे सरबत दा भला। हुण सरबत विच साडा वो भी है जिहदे नाल असीं बोलदे नहीं, जिहदे नाल साडी लड़ाई हो गई होवे, जिहदे नाल साडी कोई विचारधारा नहीं रलदी। एक अपने वास्ते नहीं, एक सिख वास्ते नहीं, सिख धर्म वास्ते नहीं, सरबत से लफज आ गया ते सारियां वास्ते आ गया। सरबत दा भला सिख अरदास दे अंदर गुरु दे सामने रोज मंगदा है, भावें साडा वो दुश्मन होवे वो भी सरबत दे अंदर आ जाता है। देखो जदों गुरु के सिखां नूं मीर मन्नू, जकरिया खान, इन्होंने बड़ा कहर किया सिखां दे उत्ते। ते जदों जकरिया खान सवा सवा मण पीसण वास्ते देंदा सी, ते बीबियां दे जेड़े लाहौर दे अंदर कैद किया होया सी, उन्हां दे सामने बच्चे उपर सुट के थले भाला दे देना, बच्चियां दे टोटे टोटे करके उन्हां दे गलां विच हार पवा देने। सवा सवा मण पीसना उन्होंने। फिर शाम नूं रहरास साहब जी का पाठ करके उन्होंने की कहना, 4 पहर तेरे भाणे अंदर दिन का बतीत होया, 4 पहर रात दे तेरे भाणे अंदर रजा अंदर बतीत कराउणा। फिर जदों उन्होंने अरदास करनी, नानक नाम चढ़दी कला तेरे भाणे सरबत दा भला, उदों भी सरबत दे भले दे अंदर वो मीर मन्नू भी खड़ा है, वो जकरिया खान भी खड़ा है। इस करके सुआओ सतगुरु रहमत करे, सानू भी अरदास करन दी जाच आ जाए। गल शुरू कीती सी अरदास ऐड़े तो पाव जी दे अगे अरदास कर रहे हैं, अंतरजामी है। ररे तो पाव सारियां दा राखा है, राखा एक हमारा स्वामी सगल घटा का अंतरजामी। फिर दद्दे तो ओदे वर्गा दाता भी कोई नहीं, देंदा दे लैंदे थक पाए। असी जदों मां दे पेट विचों आए साडे शरीर ते कपड़ा भी कोई नहीं सी, सब कुछ उस परमात्मा की बदौलत ही सानू मिलिया। माँ बाप भी परमात्मा की बदौलत मिले, भैन भरा सब कुछ उन्हां दी बदौलत मिले। ते उस तो बाद उहदे वर्गा गुरु पातशाह कहते दाता कोई नहीं। ते अखीर विच कहते ने
ਅਰਦਾਸ ਸੱਸਾ ਤੋਂ ਭਾਵ ਉਹਦੇ ਵਰਗਾ ਕੋਈ ਸਹਾਰਾ ਵੀ ਸੰਸਾਰ ਦੇ ਅੰਦਰ ਨਹੀਂ ਹੈ। ਜਿਸ ਮਨੁੱਖ ਨੇ ਉਹਦਾ ਸਹਾਰਾ ਲੈ ਲਿਆ, ਉਹਦਾ ਓਟ ਆਸਰਾ ਲੈ ਲਿਆ, ਉਹ ਪਰਮਾਤਮਾ ਫਿਰ ਐਸਾ ਹੈ, ਉਹ ਕਦੀ ਵੀ ਆਪਣੇ ਸੇਵਕ ਦੇ ਸਿਰ ਉੱਤੇ ਮਹਿਰ ਪ੍ਰਿਆਤ ਕਰਕੇ ਦੁੱਖ ਤਕਲੀਫ ਨਹੀਂ ਆਉਣ ਦਿੰਦਾ। ਪਾਤਸ਼ਾਹ ਆਪ ਹੀ ਕਹਿੰਦੇ ਨੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਸੋ ਆਓ ਸਾਰੇ ਅਰਦਾਸ ਇਹੀ ਕਰੀਏ, ਪ੍ਰਮਾਤਮਾ ਜਿਹੜਾ ਅੰਗਰੇਜ਼ੀ ਕੈਲੰਡਰ ਅਨੁਸਾਰ ਨਵਾਂ ਸਾਲ ਸੰਨ 2021 ਚੜ੍ਹਨ ਵਾਲਾ ਹੈ, ਉਹ ਸਾਰਿਆਂ ਦਾ ਸੁੱਖਾਂ ਭਰਿਆ ਤੇ ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ, ਤੇ ਜਿਹੜੀ ਵੱਡੀ ਬਿਮਾਰੀ ਇਹ ਫੈਲੀ ਹੋਈ ਹੈ ਸਾਰੇ ਸੰਸਾਰ ਦੇ ਅੰਦਰ, ਉਸ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ। ਸਾਰਿਆਂ ਨੇ ਇਹ ਅਰਦਾਸ ਕਰਨੀ ਹੈ, ਪ੍ਰਮਾਤਮਾ ਰਹਿਮਤ ਕਰੇ, ਭੁੱਲਾਂ ਚੁੱਕਾਂ ਦੀ ਖਿਮਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਆਪ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਸੱਜ ਕੇ ਬੈਠੋ। ਅੱਗੇ ਦੀਵਾਨ 10:30 ਵਜੇ ਤੱਕ ਸਜੇਗਾ। ਅਗਲਾ ਜੋ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਸਟੇਜ ਸਕੱਤਰ ਉਹ ਦੱਸ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।